नमस्कार, खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਢੰਗ ਨਾਲ ਭਾਜਪਾ ਦੇ ਮੇਅਰਾਂ ਨੂੰ ਕੀਤਾ ਸੰਬੋਧਨ। ਕਿਹਾ ਸ਼ਹਿਰਾਂ ਦੇ ਵਿਕਾਸ ਲਈ ਮੇਅਰਾਂ ਦੀ ਭੂਮਿਕਾ ਅਹਿਮ। ਕੇਂਦਰੀ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 268 ਖਿਡਾਰੀ ਸਨਮਾਨਿਤ। ਕਿਹਾ ਦੇਸ਼ ਭਰ ਵਿੱਚ ਖੇਡਾਂ ਦੇ ਅਤ ਆਧੁਨਿਕ ਸਹੂਲਤਾਂ ਵਾਲੇ 1000 ਕੇਂਦਰ ਉਸਾਰੇ ਜਾ ਰਹੇ ਨੇ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਡੇਗਣ ਦੀ ਕੋਈ ਮਨਸ਼ਾ ਨਹੀਂ। ਤੇ ਪੰਜਾਬ ਸਰਕਾਰ ਨੇ ਟਿਊਬਵੈਲਾਂ ਤੇ ਬਿਜਲੀ ਲੋਡ ਨੂੰ ਵਧਾਉਣ ਲਈ ਵਲੰਟੀਅਰ ਡਿਸਕਲੋਜ਼ਰ ਸਕੀਮ 23 ਅਕਤੂਬਰ ਤੱਕ ਵਧਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਅਗਵਾਈ ਵਾਲੀਆਂ ਨਗਰ ਨਿਗਮਾਂ ਦੇ ਮੇਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਤੇ ਧਿਆਨ ਦੇਣ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਨੂੰ ਤਰਜੀਹ ਦੇਣ। ਵੀਡੀਓ ਕਾਨਫਰੰਸਿੰਗ ਰਾਹੀਂ ਗਾਂਧੀ ਨਗਰ ਵਿੱਚ 2 ਦਿਨਾਂ ਬੀਜੇਪੀ ਮੇਅਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਲੋਕਾਂ ਦੀ ਭਾਗੀਦਾਰੀ ਨਾਲ ਆਪਣੇ ਸ਼ਹਿਰਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਨੇੜਿਓਂ ਜੁੜੇ ਹੋਏ ਨੇ, ਇਸ ਲਈ ਸ਼ਹਿਰੀ ਲੋਕਾਂ ਦਾ ਵਿਸ਼ਵਾਸ ਹਾਸਲ ਕਰਨਾ ਮੇਅਰਾਂ ਦੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੇਅਰਾਂ ਨੂੰ ਆਪਣੇ ਸ਼ਹਿਰਾਂ ਵਿੱਚ ਯੋਜਨਾਬੱਧ ਸ਼ਹਿਰੀ ਵਿਕਾਸ, ਆਰਥਿਕ ਕੇਂਦਰਾਂ ਦੀ ਉਸਾਰੀ, ਬਿਹਤਰ ਸ਼ਹਿਰੀ ਆਵਾਜਾਈ, ਰਿਹਾਇਸ਼ ਸਹੂਲਤਾਂ ਅਤੇ ਸਾਫ਼ ਸਫਾਈ ਵੱਲ ਧਿਆਨ ਦੇਣ ਲਈ ਆਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ 250 ਕਿਲੋਮੀਟਰ ਦਾ ਮੈਟਰੋ ਰੇਲ ਨੈਟਵਰਕ ਸੀ, ਜਿਹੜਾ ਅੱਜ ਵੱਧ ਕੇ 775 ਕਿਲੋਮੀਟਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 1000 ਕਿਲੋਮੀਟਰ ਤੋਂ ਵੱਧ ਮੈਟਰੋ ਰੇਲ ਨੈਟਵਰਕ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਸ਼ਹਿਰਾਂ ਵਿੱਚ ਸਮਾਰਟ ਸਹੂਲਤਾਂ ਵਿਕਸਿਤ ਕਰਨ ਵੱਲ ਧਿਆਨ ਦੇ ਰਹੀ ਹੈ। अमृतकाल में अगले 25 वर्ष के लिए भारत के शहरी विकास का एक रोडमैप बनाने में भी इस सम्मेलन की बड़ी भूमिका है। सामान्य मानवीय का जीवन का रोजमर्रा का संबंध आप ही के लोगों के जिम्मे है। हमारे देश के नागरिकों ने बहुत लंबे सर से शहरों के विकास को लेकर भाजपा पर जो विश्वास रखा है, उसे निरंतर बनाए रखना, उसे बढ़ाना हम सभी का दायित्व है। इस मौके पार्टी के प्रधान जगत प्रकाश नड्डा, मुख्य मंत्री भूपेंद्र पटेल और बीजेपी की गुजरात इकाई के मुखी CR पाटिल हाजिर सन। सम्मेलन में देश भर में बीजेपी की अगवाई वाली नगर निगमां के 100 तो वध मेयर और डिप्टी मेयर हिस्सा ले रहे हैं। गुरु नानक देव यूनीवर्सिटी अमृतसर में 52वें खेड इनाम वंड समागम के दौरान ਵੱਖ-ਵੱਖ खेड मुकाबलों में नामना खट्टण वाले खिडारियों को अज सन्मानित किया गया। केंद्रीय सूचना ते प्रसारण और खेडों के युवा मामलों बारे मंत्री अनुराग सिंह ठाकुर ने खिडारियों को नगद इनाम दिते। एक रिपोर्ट। कौमांतरी मुकाबलियां, खेलो इंडिया यूनीवर्सिटी खेडां, इंटर यूनीवर्सिटी चैंपीयनशिप ਅਤੇ खेलो इंडिया यूथ गेम्स ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸੰਬੰਧਿਤ ਖਿਡਾਰੀਆਂ ਦਾ ਸਨਮਾਨ ਕਰਦੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਤੇ ਯੁਵਾ ਮਾਮਲੇ ਮੰਤਰੀ ਅਨੁਰਾਗ ਸਿੰਘ ਠਾਕੁਰ। ਮੌਕਾ ਰਿਹਾ ਇਹਨਾਂ ਖਿਡਾਰੀਆਂ ਦੇ ਸਨਮਾਨ ਲਈ ਆਯੋਜਿਤ 52ਵੇਂ ਸਾਲਾਨਾ ਖੇਡ ਇਨਾਮ ਵੰਡ ਸਮਾਗਮ ਦਾ। ਇਸ ਦਾ ਗਵਾਹ ਬਣਿਆ ਯੂਨੀਵਰਸਿਟੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ। ਸਨਮਾਨ ਪਾਉਣ ਵਾਲੇ ਖਿਡਾਰੀਆਂ ਵਿੱਚ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਵਾਲੇ 25 ਖਿਡਾਰੀਆਂ ਸਮੇਤ 268 ਖਿਡਾਰੀ ਸ਼ਾਮਲ ਰਹੇ। ਇਹਨਾਂ ਖਿਡਾਰੀਆਂ ਨੂੰ ਇਨਾਮ ਵਜੋਂ 2 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਨਗਦ ਪੁਰਸਕਾਰ ਦਿੱਤੇ ਗਏ। ਆਪਣੇ ਸੰਬੋਧਨ ਵਿੱਚ ਅਨੁਰਾਗ ਸਿੰਘ ਠਾਕੁਰ ਨੇ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਤੇ ਖੁਸ਼ੀ ਪ੍ਰਗਟਾਈ। स्पोर्ट्स कल्चर यहाँ पर देखने को मिलता है, आपकी परफॉर्मेंस से भी और आपके कैंपस का एक राउंड लगाने पर भी। अनुराग सिंह ठाकुर ने कहा कि खेडों का बुनियादी ढांचा विकसित करके खिडारियों को उत्साहित किया जा रहा है। आज के खिलाड़ियों के लिए सुविधाएं बहुत बदली और प्रधानमंत्री नरेंद्र मोदी जी के प्रधानमंत्री बनने के बाद, रियो ओलंपिक्स के बाद विशेष तौर पर
टारगेट ओलंपिक पोडियम स्कीम, जिसकी शुरुआत भी की गई, बोर्डिंग, लॉजिंग, ट्रेनिंग, ये सारा खर्चा भारत सरकार वहन करती है। देश में खेलने का भी, ट्रेनिंग करने का, और विदेश में भी। और ये पूरे, इसके अलावा भी एथलीट को 6 लाख रुपया आउट ऑफ पॉकेट अलाउंस, यानी कि 6 लाख रुपया साल का जेब खर्च, पूरा खर्च उठाने के बाद अलग से दिया जाता है। आज तक कभी देश में नहीं दिया गया। ये नरेंद्र मोदी की सरकार का। अनुराग सिंह ठाकुर ने दस्या कि सरकार 1000 खेलो इंडिया सेंटर बना रही है। खेलो इंडिया सेंटर लगभग 1000 हम देश भर में खोलने जा रहे हैं, जिनमें से 590 बना दिए हैं, और 15 अगस्त 2023 तक हम 1000 सेंटर्स का अप्रूवल कर देंगे। ये भी देश में पहली बार होने जा रहा है। ये नरेंद्र मोदी जी की सरकार है। मित्रों, सुविधाएं भी मिल रही हैं, और खेलो इंडिया लीग्स, इसकी भी हमने शुरुआत की। वुमेन लीग से शुरू किया, चाहे हॉकी हो, कुछ और गेम्स हो, और इसका सिटी लीग्स का बहुत बड़ा लाभ पूरे देश भर में मिल रहा है। इस तो पहला वाइस चांसलर प्रोफैसर जसपाल सिंह संधू ने यूनिवर्सिटी दीआं खेड सरगर्मियां ते चानना पाया अते कुछ होर बुनियादी सहूलतां दी मंग कीती। अनुराग सिंह ठाकुर ने खेलो इंडिया तहत 2 स्पोर्ट्स हॉस्टल का उद्घाटन भी किया। खादर शरीफ ते स्वर्ण सिंह नाल शिशु शर्मा शांतल, दूरदर्शन समाचार, अमृतसर। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਡੇਗਣ ਦੀ ਕੋਈ ਮਨਸ਼ਾ ਨਹੀਂ ਹੈ। ਇਹ ਸਰਕਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਹਾਰ ਕੇ ਲੋਕਾਂ ਦੀ ਨਜ਼ਰ ਵਿੱਚ ਆਪਣੇ ਆਪ ਹੀ ਡਿੱਗ ਚੁੱਕੀ ਹੈ। ਅੰਮ੍ਰਿਤਸਰ ਵਿੱਚ ਅੱਜ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਇਹ ਗੱਲ ਆਖੀ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪੰਜਾਬ ਵਿੱਚ ਵੱਧਦਾ ਨਸ਼ਾ ਅਤੇ ਗੈਂਗਵਾਰ चिंता का विषय। पंजाब में अगर जो आपने प्रश्न उठाया कि नशे की बात या गैंग वॉर की बात या जेलों से चलने वाले अपराध की बात, ये बहुत बड़ा चिंता का विषय है। जिस राज्य ने आतंकवाद को वर्षों वर्षों तक देखा हो, वहां पर इस तरह की घटनाओं को पनपने ही नहीं देना चाहिए। पंजाब पुलिस को और कड़ी कार्रवाई करनी चाहिए। यहाँ के प्रशासन को, यहाँ की जनता के लिए, पंजाब के प्रशासन को पंजाब की जनता की सुरक्षा के लिए हर उचित कदम उठाने चाहिए इन लोगों के खिलाफ जो पंजाब में असुरक्षा का माहौल पैदा करते हैं, क्योंकि इसके कारण पंजाब में निवेश रुकता भी है और यहाँ पर लोग घबराते भी हैं फिर निवेश करने। एक होर सवाल के जवाब में अनुराग सिंह ठाकुर ने कहा कि पंजाब में अगली बार भारतीय जनता पार्टी पूरे बहुमत नाल अपनी सरकार बनावेगी। अगर भारतीय जनता पार्टी हरियाणा में पूर्ण बहुमत से एक बार नहीं 2 बार सरकार बना सकती है, गोवा में 3 बार लगातार सरकार बना सकती है, मणिपुर में फिर सरकार बना सकती है, उत्तराखंड में वापस सरकार बना सकती है, उत्तर प्रदेश में जो नहीं हुआ 34 वर्षों में फिर पूर्ण बहुमत की सरकार बना सकती है। देश में 1984 के बाद पूर्ण बहुमत की सरकार 2014 में भारतीय जनता पार्टी ने बनाई और 2019 में उससे ज्यादा सीटें जीतकर 303 सीटें जीतकर सरकार बनाई। तो भारतीय जनता पार्टी पंजाब में भी अगले बार पूर्ण बहुमत से सरकार बनाएगी। ਕੇਂਦਰੀ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਜਲੰਧਰ ਦੇ ਦੁਆਬਾ ਕਾਲਜ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਕਾਲਜ ਦੇ 65ਵੀਂ ਸਾਲਾਨਾ ਡਿਗਰੀ ਵੰਡ ਸਮਾਗਮ ਦੌਰਾਨ ਬੋਲਦਿਆਂ ਮੁੱਖ ਮਹਿਮਾਨ ਨੇ ਕਾਲਜ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਵਿਦਿਅਕ ਵਰ੍ਹੇ 2017-18, 2018-19 ਅਤੇ 2019-2020 ਦੇ ਤਕਰੀਬਨ 552 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਕਾਲਜ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਵੱਲੋਂ 2017 ਵਿੱਚ ਡੀਬੀਟੀ ਸਟਾਰ ਕਾਲਜ ਦਾ ਦਰਜਾ ਦਿੱਤਾ ਗਿਆ ਸੀ। ਭਾਰਤ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਬੈਨਰ ਹੇਠ ਕਾਲਜ ਵਿੱਚ ਜਲੰਧਰ ਦਾ ਪਹਿਲਾ ਕੈਂਪਸ ਕਮਿਊਨਿਟੀ ਰੇਡੀਓ ਰਾਬਤਾ 90.8 ਮੈਗਾਹਰਟਜ਼ ਵੀ ਚਲਾਇਆ ਜਾ ਰਿਹਾ ਹੈ। ਇਸ ਮੌਕੇ ਦੁਆਬਾ ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਅਤੇ ਪ੍ਰਿੰਸੀਪਲ ਡਾਕਟਰ ਪ੍ਰਦੀਪ ਭੰਡਾਰੀ ਵੀ ਹਾਜ਼ਰ ਸਨ। ਚੋਣ ਕਮਿਸ਼ਨ ਨੇ ਕੇਂਦਰ ਤੋਂ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਨਕਦੀ ਦਾਨ ਦੀ ਸੀਮਾ ਤੈਅ ਕਰਨ ਦੀ ਮੰਗ ਕੀਤੀ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਾਨੂੰਨ ਮੰਤਰੀ ਕਿਰੇਨ ਰਿਜੀਜੂ ਨੂੰ ਲਿਖੀ ਇੱਕ ਚਿੱਠੀ ਵਿੱਚ ਲੋਕ ਪ੍ਰਤੀਨਿਧਤਾ ਐਕਟ ਵਿੱਚ ਸਿਆਸੀ ਪਾਰਟੀਆਂ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਕੁਝ ਸੋਧਾਂ ਕਰਨ ਦਾ ਸੁਝਾਅ ਵੀ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਬੇਨਾਮੀ ਸਿਆਸੀ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਕਿਹਾ ਹੈ ਕਿ ਕਿਸੇ ਪਾਰਟੀ ਨੂੰ ਪ੍ਰਾਪਤ ਕੁੱਲ ਫੰਡਾਂ ਵਿੱਚੋਂ 20% ਜਾਂ ਵੱਧ ਤੋਂ ਵੱਧ 20 ਕਰੋੜ ਰੁਪਏ ਤੱਕ ਦਾ ਨਗਦ ਦਾਨ ਲੈਣ ਦੀ ਹੱਦ ਬਣਨੀ ਚਾਹੀਦੀ ਹੈ। ਕਮਿਸ਼ਨ ਨੇ ਵੀ ਕਿਹਾ ਕਿ ਹਰੇਕ ਉਮੀਦਵਾਰ ਨੂੰ ਆਪਣੇ ਚੋਣ ਉਦੇਸ਼ ਲਈ ਇੱਕ ਵੱਖਰਾ ਬੈਂਕ ਖਾਤਾ ਖੋਲ੍ਹਣਾ ਚਾਹੀਦਾ ਹੈ ਅਤੇ ਸਾਰੇ ਖਰਚੇ ਇਸ ਖਾਤੇ ਰਾਹੀਂ ਕੀਤੇ ਜਾਣੇ ਚਾਹੀਦੇ ਨੇ। ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਤਾ ਨੂੰ ਬਰਕਰਾਰ ਰੱਖਿਆ ਹੈ। 2014 ਵਿੱਚ ਹੋਂਦ ਵਿੱਚ ਆਈ ਇਸ ਕਮੇਟੀ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਪਟੀਸ਼ਨ ਨੂੰ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਖਾਰਜ ਕਰਦਿਆਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। 2014 ਵਿੱਚ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਇੱਕ ਵੱਖਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਦੇ ਇਸ ਫੈਸਲੇ ਖਿਲਾਫ ਰਿਵਿਊ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਸਰ ਵਿੱਚ ਹੋਈ ਅੰਤਰਿਮ ਕਮੇਟੀ ਦੀ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਇਸ ਫੈਸਲੇ ਖਿਲਾਫ ਕਾਨੂੰਨੀ ਲੜਾਈ ਜਾਰੀ ਰਹੇਗੀ ਅਤੇ ਹੋਰ ਤੇਜ਼ ਕੀਤੀ ਜਾਵੇਗੀ। ਮੋਹਾਲੀ ਦੇ ਡਾਕਟਰ BR ਅੰਬੇਦਕਰ ਮੈਡੀਕਲ ਕਾਲਜ ਮੋਹਾਲੀ ਵਿੱਚ ਭਾਈ ਕਨਈਆ ਜੀ ਦੀ ਬਰਸੀ ਮੌਕੇ ਇੱਕ ਸਮਾਗਮ ਮਾਨਵ ਸੇਵਾ ਸੰਕਲਪ ਸੇਵਾ ਸਿਰਲੇਖ ਹੇਠ ਮਨਾਇਆ ਗਿਆ। ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਮਾਗਮ ਵਿੱਚ ਹਿੱਸਾ ਲੈਂਦਿਆਂ ਸਾਰਿਆਂ ਨੂੰ ਮਹਾਨ ਸਮਾਜ ਸੇਵੀ ਭਾਈ ਕਨਈਆ ਜੀ ਦੇ ਨਕਸ਼ੇ ਕਦਮ ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਸਮਾਗਮ ਵਿੱਚ ਹਾਜ਼ਰ ਮੈਡੀਕਲ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਮਾਨਵਤਾ ਦੀ ਸੇਵਾ ਕਰਨ ਅਤੇ ਭਾਈ ਕਨਈਆ ਜੀ ਦੇ ਉਪਦੇਸ਼ ਨਾ ਕੋਈ ਵੈਰੀ ਨਾ ਹੀ ਬੇਗਾਨਾ ਤੇ ਚੱਲਣ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਭਾਈ ਕਨਈਆ ਜੀ ਨੇ ਜੰਗ ਦੌਰਾਨ ਸਿੱਖਾਂ ਤੇ ਮੁਗਲਾਂ ਦੋਹਾਂ ਦੀ ਜਲ ਛਕਾਉਣ ਦੀ ਸੇਵਾ ਕਰਦਿਆਂ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਸੀ, ਉਸੇ ਤਰ੍ਹਾਂ ਡਾਕਟਰੀ ਭਾਈਚਾਰੇ ਨੂੰ ਸਭਨਾਂ ਦੀ ਸੇਵਾ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਇੱਕ ਨਾਟਕ ਵੀ ਪੇਸ਼ ਕੀਤਾ ਗਿਆ। ਆਪਣੇ ਟਿਊਬਵੈੱਲਾਂ ਤੇ ਬਿਜਲੀ ਲੋਡ ਨੂੰ ਵਧਾਉਣ ਦੇ ਇੱਛੁਕ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਲੋਡ ਵਧਾਉਣ ਲਈ ਵਲੰਟੀਅਰ ਡਿਸਕਲੋਜ਼ਰ ਸਕੀਮ 23 ਅਕਤੂਬਰ ਤੱਕ ਵਧਾ ਦਿੱਤੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਬੁਲਾਰੇ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਮੌਜੂਦਾ ਲੋਡ ਫੀਸ 4,750 ਰੁਪਏ ਘਟਾ ਕੇ 2,500 ਰੁਪਏ ਕਰ ਦਿੱਤੀ ਗਈ ਸੀ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਲੋਕਤੰਤਰ ਅਤੇ ਅਰਥਚਾਰਾ ਉਦੋਂ ਤੇਜ਼ੀ ਨਾਲ ਵੱਧਦਾ ਫੁੱਲਦਾ ਹੈ ਜਦੋਂ ਸ਼ਾਸਨ ਪ੍ਰਣਾਲੀ ਦੇ ਹਰ ਪੜਾਅ ਤੇ ਪਾਰਦਰਸ਼ਤਾ ਤੇ ਜਵਾਬਦੇਹੀ ਝਲਕਦੀ ਹੈ। ਨਵੀਂ ਦਿੱਲੀ ਵਿੱਚ 49ਵੇਂ ਕੌਮੀ ਪ੍ਰਬੰਧਨ ਸੰਮੇਲਨ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਉੱਘੀਆਂ ਸਨਅਤਾਂ ਅਰਥਚਾਰੇ ਦੀ ਕਾਰਜਕੁਸ਼ਲਤਾ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਉਨ੍ਹਾਂ ਕਿਹਾ ਕਿ ਭਾਰਤ ਸਿੱਖਿਆ ਤੋਂ ਲੈ ਕੇ ਵਪਾਰ ਅਤੇ ਸ਼ਾਸਨ ਸਮੇਤ ਲਗਭਗ ਹਰ ਖੇਤਰ ਵਿੱਚ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰਨ ਵਾਲੇ ਦੁਨੀਆ ਦੇ ਮੋਢੀ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇਸ ਸਾਲ ਦੇ ਅੰਤ ਵਿੱਚ G20 ਸਮੂਹ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਦੇਸ਼ ਨੂੰ ਵਿਸ਼ਵ ਪੱਧਰ ਤੇ ਆਰਥਿਕ ਅਤੇ ਸਿਆਸੀ ਏਜੰਡੇ ਨੂੰ ਨਵੇਕਲਾ ਰੂਪ ਦੇਣ ਦਾ ਇੱਕ ਹੋਰ ਮੌਕਾ ਮਿਲੇਗਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਉਦਯੋਗ ਦੀ ਖੇਤੀ ਖੇਤਰ ਨੂੰ ਉੱਚਾ ਚੁੱਕਣ ਦੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਤਰੱਕੀ ਕਰੇਗਾ ਤਾਂ ਭਾਰਤ ਵੀ ਤਰੱਕੀ ਦੀ ਰਾਹ ਤੇ ਅੱਗੇ ਵਧੇਗਾ। Soothing to note, business leaders, administrators, academicians, experts, they are playing critical affirmative role in shaping India's incremental trajectory in all facets in very challenging times. ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ 8 ਸਾਲਾਂ ਦੌਰਾਨ ਘਰੇਲੂ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਨਵੀਂ ਦਿੱਲੀ ਵਿੱਚ 49ਵੇਂ ਕੌਮੀ ਪ੍ਰਬੰਧਨ ਸੰਮੇਲਨ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 2013-14 ਵਿੱਚ ਘਰੇਲੂ ਯਾਤਰੀਆਂ ਦੀ ਕੁੱਲ ਗਿਣਤੀ 73 ਮਿਲੀਅਨ ਸੀ, ਜਿਹੜੀ ਹੁਣ ਵੱਧ ਕੇ 144 ਮਿਲੀਅਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਕਿਫਾਇਤੀ ਢੰਗ ਨਾਲ ਯਾਤਰਾ ਕਰਨਾ ਚਾਹੁੰਦੇ ਨੇ। ਮੰਤਰੀ ਨੇ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵਿੱਚ 74 ਤੋਂ ਵੱਧ ਕੇ 141 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਖਰੀ ਟਿਕਾਣੇ ਤੱਕ ਹਵਾਈ ਰਾਬਤਾ ਮੁਹੱਈਆ ਕਰਵਾਉਣ ਲਈ ਛੋਟੇ ਹਵਾਈ ਅੱਡਿਆਂ ਦੀ ਉਸਾਰੀ ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਨਵੀਂ ਹੈਲੀਕਾਪਟਰ ਨੀਤੀ ਵੀ ਲਿਆਂਦੀ ਹੈ। ਸਿੰਧੀਆ ਨੇ ਦੱਸਿਆ ਕਿ ਆਖਰੀ ਟਿਕਾਣੇ ਤੱਕ ਆਵਾਜਾਈ ਸਹੂਲਤ ਮੁਹੱਈਆ ਕਰਵਾਉਣ ਲਈ ਹੈਲੀਕਾਪਟਰ ਸੇਵਾ ਨੂੰ ਉਡਾਨ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। But our role in government is one of being a facilitator. Because I believe that when we work with industry, when we work with stakeholders, whether they are in the public sector or the private sector,
when we ensure their success on a level playing field, in their success lies our success, and in their success lies India's success. ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਹੈ। ਇਜਾਜ਼ਤ ਦਿਓ, ਨਮਸਕਾਰ।